बिनो सुनो तुम पार ब्रह्म, दीन दयाल गोपाल। बिनो सुनो तुम पार ब्रह्म, दीन दयाल गोपाल। सुख संपे भोग रस, नानक साध रवा। विसर नाही दातार, अपना नाम देहो। गुण गावा दिन रात, नानक चाहे हो। गुण गावा दिन रात, नानक चाहो हो। ज़ारा ज़हूर हाजरा हजूर, सर्वकला भरपूर समर्थ गुरु, लोक परलोक दी रख्यक भगत वशल, दसां पातशाहियां दी आत्मक जोत स्वरूप ज्ञान दे सागर, धन धन श्री गुरु ग्रंथ साहिब जी महाराज पातशाह दी पावन पवित्र गोद हजूरी दे विच गुरु शब्द दे नाल जुड़ बैठी सत्संग जी, आप जी धनता दे योग वडभागे हो। सच्चे पातशाह ने अपार बख्शिश की है। जीवन दे रहिंदे बचे सवास लेखे विच लाउण दा बड़ा ही प्यारा समा जिहड़ा है वह बख्शिश कीता है। गुरु दी दया, गुरु दी मेहर सदका सी गुरु दी गोद विच बैठे हाँ, जुड़े हाँ। शब्द दे नाल जुड़ना, शब्द नूं सरवण करना और शब्द दे नाल चित लाउणा सत्संग जी, ये गुरु दी गोद है। सो दाता जी ने बड़ी मेहर की है, इस गोद विच सानू बिठा दिता है और साडा समा सफल बना रहे ने सतगुरु जी अपनी मेहर दे नाल। सफल मूरत सफला घड़ी, जित सच्चे नाल प्यार। जदों सच दे नाल जुड़ीदा है, जदों सच नूं सुणीदा है, जदों सच नूं दृढ़ करीदा है, जदों सच नूं कमाईदा है, ते सत्संग जी उस समा साडा सफल हो जांदा है। ते जदों सानू परमात्मा विसरदा है, जदों सच तो दूर हुंदे हाँ, तू विसरे तां सब को लागू चीत आवे तां सेवा। जदों परमात्मा विसरदा है, परमात्मा तो दूर होने हाँ, ते फिर परेशानी, फिर दुख, फिर अशांति, ये चीज़ां मनुख दे पल्ले पैंदियां हन। एक छोटे जे बच्चे दी माँ बाप तो दूरी उसनूं विछोड़े ते दुख विच डुबो दिंदी है। एक सोहना बन के बच्चा माँ बाप दे नाल तैयारी करके किसी मेले विच जावे, वो भीड़ दे विच माँ बाप तो किधरे दूर हो जाए जां गवाच जाए, ते ध्यान देना उसनूं तैयार किया, उसनूं सोहना बनाया, ਉਹਦੇ ਲਈ कोई अर्थ नहीं रखता, क्योंकि ਉਹਦਾ माँ बाप ही मेले विच विछड़ गया। उसनूं कोई पराया बंदा औरत किसी गुआचे हुए बच्चे नूं मेले विच
कोई चीज़ भी देवे, लालच भी देवे, तां भी वो चीज़ नूं लैंदा नहीं। ਉਹਨੂੰ ਇਹ ਇੱਛਾ ਹੁੰਦੀ ਹੈ ਵੀ ਮੈਂ ਆਪਣੀ ਮਾਂ ਬਾਪ ਦੇ ਨਾਲ ਇਸ ਮੇਲੇ ਵਿੱਚ ਆਇਆ ਸੀ ਤੇ ਮੈਂ ਵਿਛੜ ਗਿਆ ਹਾਂ, ਮੈਨੂੰ ਆਪਣੀ ਮਾਂ ਚਾਹੀਦੀ ਹੈ, ਮੈਨੂੰ ਆਪਣਾ ਬਾਪ ਚਾਹੀਦਾ, ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ। ਉਸ ਦੀ ਇਹ ਇੱਛਾ ਹੁੰਦੀ ਹੈ ਵੀ ਮੈਂ ਆਪਣੇ ਮਾਂ ਬਾਪ ਨੂੰ ਮਿਲ ਜਾਵਾਂ, ਕਿਉਂਕਿ ਮੈਂ ਵਿਛੜ ਗਿਆ ਹਾਂ, ਮੈਂ ਉਹਨਾਂ ਨੂੰ ਮਿਲ ਲਵਾਂ। ਤੇ ਜਦੋਂ ਕੋਈ ਉਹਨਾਂ ਨੂੰ ਮਿਲਾ ਦਿੰਦਾ ਹੈ, ਉਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ। ਇਸ ਕਰਕੇ ਵਿਛੜਨ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਹੈ, ਮਿਲਣ ਦੇ ਵਿੱਚ ਬਹੁਤ ਜ਼ਿਆਦਾ ਸੁੱਖ ਹੈ, ਸ਼ਾਂਤੀ ਹੈ। ਇਸੇ ਕਰਕੇ ਹੀ ਬਾਣੀ ਸਾਨੂੰ ਰੋਜ਼ ਸੁਣਾਉਂਦੀ ਹੈ, ਸਤਿਗੁਰੂ ਜੀ ਪੜ੍ਹਾਉਂਦੇ ਨੇ, ਭਗਤ ਜਨ ਸਾਨੂੰ ਦੱਸਦੇ ਨੇ ਬਾਣੀ ਰਾਹੀਂ, ਬਹੁਤ ਜਨਮ ਵਿਛੁਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੈ। ਸੋ ਇਸ ਕਰਕੇ ਵਿਛੜਿਆਂ ਹੋਇਆਂ ਨੂੰ ਸਾਨੂੰ ਪ੍ਰਭੂ ਪਤੀ ਪਿਤਾ ਪਰਮਾਤਮਾ ਮਿਲ ਜਾਏ ਤੇ ਸਾਡੇ ਜੀਵਨ ਦੀ ਯਾਤਰਾ ਜਿਹੜੀ ਹੈ ਉਹ ਸਫਲ ਹੋ ਸਕਦੀ, ਸਾਡਾ ਆਇਆ ਸਫਲ ਹੋ ਸਕਦਾ। ਸੋ ਅਸੀਂ ਆਪਣੇ ਆਪ ਨੂੰ ਕੰਪਲੀਟ ਫੀਲ ਕਰ ਸਕਦੇ ਹਾਂ, ਨਹੀਂ ਤੇ ਅਧੂਰੇ ਪਨ ਦੇ ਵਿੱਚ ਹੀ ਜ਼ਿੰਦਗੀ ਮਨੁੱਖ ਦੀ ਲੰਘ ਜਾਂਦੀ ਹੈ। ਇਸ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਇਸ ਸੰਸਾਰ ਦੇ ਵਿੱਚ ਅਧੂਰਾ ਸੀ ਤੇ ਪੂਰਾ ਹੋਣ ਦੇ ਲਈ, ਪੂਰੇ ਨੂੰ ਮਿਲਣ ਦੇ ਲਈ ਆਇਆ ਸੀ। ਆਮ ਕਰਕੇ ਅਸੀਂ ਕਹਿ ਦਿੰਦੇ ਹਾਂ ਫਲਾਨਾ ਬੰਦਾ ਪੂਰਾ ਹੋ ਗਿਆ, ਕੋਈ ਕਿਸੇ ਦੀ ਡੈਥ ਹੋ ਜਾਏ, ਅਸੀਂ ਆਖ ਦਿੰਦੇ ਉਹ ਬੰਦਾ ਪੂਰਾ ਹੋ ਗਿਆ। ਉਹ ਪੂਰਾ ਨਹੀਂ ਹੁੰਦਾ। ਜ਼ਿੰਦਗੀ ਭਰ ਉਹ ਅਧੂਰਾ ਰਿਹਾ, ਆਪਣੀਆਂ ਖਾਹਿਸ਼ਾਂ ਕਰਕੇ, ਆਪਣੀਆਂ ਆਦਤਾਂ ਕਰਕੇ, ਆਪਣੇ ਮਨ ਮਰਜ਼ੀ ਕਰਕੇ ਉਹ ਅਧੂਰਾ ਹੀ ਰਿਹਾ ਤੇ ਅਧੂਰਾ ਹੀ ਚਲਿਆ ਗਿਆ। ਉਸ ਨੂੰ ਪੂਰਾ ਲਫ਼ਜ਼ਾਂ ਦੇ ਨਾਲ ਤੇ ਕਿਹਾ ਜਾ ਸਕਦਾ, ਪਰ ਉਹ ਪ੍ਰੋਪਰ ਪੂਰਾ ਨਹੀਂ ਹੋਇਆ। ਕਿਉਂਕਿ ਪੂਰਾ ਉਹ ਤਾਂ ਨਹੀਂ ਹੋਇਆ, ਉਹ ਪੂਰੇ ਦੇ ਨਾਲ ਜੁੜਿਆ ਨਹੀਂ। ਪੂਰੇ ਦੇ ਨਾਲ ਜੁੜਿਆ ਨਹੀਂ ਤੇ ਪੂਰਾ ਹੋਇਆ ਨਹੀਂ। ਭਾਵੇਂ ਅਸੀਂ ਉਹਨੂੰ ਪੂਰਾ ਕਹਿ ਦਿੰਦੇ ਹਾਂ, ਜਿਸ ਨੇ ਪੂਰਾ ਪ੍ਰਭ ਅਰਾਧਿਆ, ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ, ਉਹ ਪੂਰਾ ਹੈ। ਜੋ ਪੂਰੇ ਦੇ ਨਾਲ ਜੁੜਿਆ, ਪੂਰਨ ਨੂੰ ਸੁਣਿਆ, ਪੂਰੇ ਦੇ ਮੁਤਾਬਕ ਚੱਲਿਆ, ਉਹ ਪੂਰਾ। ਜਿਸ ਨੇ ਪੂਰਨ ਦੇ ਕਦੀ ਦੀਦਾਰ ਨਹੀਂ ਕੀਤੇ, ਜਿਸ ਨੇ ਪੂਰਨ ਨੂੰ ਕਦੀ ਸੁਣਿਆ ਹੀ ਨਹੀਂ, ਜਿਸ ਨੂੰ ਪੂਰਨ ਦੀ ਡੈਫੀਨੇਸ਼ਨ ਦਾ ਪਤਾ ਹੀ ਨਹੀਂ, ਪੂਰਨ ਤੋਂ ਟੁੱਟ ਕੇ ਹਮੇਸ਼ਾ ਦੁੱਖ ਹੀ ਪਾਇਆ ਤੇ ਅਧੂਰਾ ਹੀ ਇਸ ਸੰਸਾਰ ਤੋਂ ਚਲਾ ਗਿਆ। ਤੇ ਅਧੂਰੀ ਚੀਜ਼ ਕਦੇ ਵੀ ਉਹ ਜਿਹੜੀ ਹੈ ਪਾਸ ਨਹੀਂ ਹੁੰਦੀ। ਅਧੂਰਾ ਜਿਹੜਾ ਕੰਮ ਹੈ ਉਹ ਕਦੇ ਵੀ ਉਸ ਨੂੰ ਸਲਾਹਿਆ ਨਹੀਂ ਜਾਂਦਾ। ਕਿਸੇ ਨੇ ਅਧੂਰਾ ਕੰਮ ਕੀਤਾ ਹੋਵੇ, ਉਸ ਨੂੰ ਆਖਿਆ ਜਾਂਦਾ ਵੀ ਪੂਰਾ ਕੰਮ ਕੰਪਲੀਟ ਕਰਕੇ ਲਿਆਓ, ਫਿਰ ਦੱਸਾਂਗੇ। ਇਸ ਕਰਕੇ ਜੇ ਅਧੂਰੇ ਕੀਤੇ ਹੋਏ ਕੰਮ ਨੂੰ ਸੰਸਾਰ ਦੇ ਵਿੱਚ ਨਹੀਂ ਸਲਾਹਿਆ ਜਾਂਦਾ ਤੇ ਇਨਸਾਨ ਜਿਹੜਾ ਅਧੂਰਾ ਹੈ ਉਹ ਆਪਣੇ ਉਸ ਮਾਲਕ ਦੇ ਦਰ ਤੇ ਕਿਵੇਂ ਪ੍ਰਵਾਨ ਹੋ ਜਾਏਗਾ? ਨਹੀਂ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਪਰਮਾਤਮਾ ਜਿਵੇਂ ਇੱਕ ਲਾਇਕ ਬਾਪ ਕਹਿੰਦਾ ਮੇਰੀ ਔਲਾਦ ਮੇਰੇ ਵਰਗੀ ਲਾਇਕ ਬਣੇ, ਇਸ ਤਰ੍ਹਾਂ ਹੀ ਨਾ ਇੱਕ ਲਾਇਕ ਮਾਂ ਬਾਪ ਕਹਿੰਦਾ ਮੇਰੀ ਔਲਾਦ ਮੇਰੇ ਵਰਗੀ ਸਿਆਣੀ ਤੇ ਲਾਇਕ ਬਣੇ। ਇਸੇ ਤਰ੍ਹਾਂ ਪਰਮਾਤਮਾ ਕਹਿੰਦਾ ਵੀ ਉਹ ਰੱਬੀ ਗੁਣ ਜਿਹੜੇ ਮੈਂ ਇਸ ਨੂੰ ਦੱਸਦਾ, ਉਹ ਰੱਬੀ ਗੁਣ ਇਹਦੇ ਵਿੱਚ ਹੋਣੇ ਚਾਹੀਦੇ ਹਨ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜੋ ਗੁਣ ਪ੍ਰਮਾਤਮਾ ਵਿੱਚ ਹਨ ਉਹੀ ਭਗਤ ਵਿੱਚ ਹਨ। ਉਸੇ ਤਰ੍ਹਾਂ ਹੀ ਭਗਤ ਜਿਹੜਾ ਪਿਆਰਾ ਹੈ, ਭਗਤ ਦੇ ਵਿੱਚ ਕਬੀਰ ਰਾਮ ਸੰਤ ਮੈਂ ਭੇਦ ਕਿਛ ਨਾਹੀ, ਏਕ ਜਨ ਕਈ ਮੈਂ ਲਾਖ ਕਰੋੜੀ, ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨ ਜਾਣੋ ਮਾਨਸ ਦੇਹਾ।
परमात्मा ते परमात्मा दे बंदियां दे विच कोई फर्क नहीं है। मनुख ने अपनी सोच दे नाल ही फर्क पाया होया। परमात्मा दे परमात्मा दी ये बनाई हुई सब जो कायनात है, इहदे विच कोई फर्क नहीं है। वार वार पढ़ते हैं, बलहारी कुदरत वसिया, तेरा अंत न जाई लख्या रहाओ। जात मह जोत, जोत मह जाता अकल कला भरपूर रहया। अस्थावर जंगम कीट पतंगम, घट घट राम समाना रे। इस करके जो दिसे सो तेरा रूप, ये सब कुछ परमात्मा का ही रूप देखने दे लई अख चाहिए है, योग्यता चाहिए है, योग्यता चाहिए है। इस करके जिसने अपने अंदर वो गुण वो योग्यता प्रगट ना की ना लियांदी, उसनों परमात्मा की भी समझ नहीं लगेगी, मुश्किल है। आओ लड़ीवर शब्द की विचार आरंभ करते हैं। अज दे शब्द की पंक्ति आरंभ हुई है। श्लोक गुरु ग्रंथ साहिब जी के अंग 258 के उपर यह शब्द अंकित है। बहुत प्यारे प्रमाण आउणगे ते बड़े ही ध्यान दे नाल श्रवण करना। देश प्रदेश जुड़िया होयां दा जी आया, धन्यवाद। सो जिन्ना चिर जुड़ना है, बहुत ही इंटरस्ट, जिमें मूवी देखते हैं ना, मूवी तो बहुत छोटी गल है, जो गुरबाणी की विचार होती है तो बहुत उच्ची तो सुची है। उत्थे भी जो असीं थिएटर दे विच बैठते हैं ना, जो स्टोरी चलती है ना, कोई सानू देखो उत्थे चुप चुप शांति छाई होंदी है। जे कोई गल करे तो असीं रोक दईदा भी नहीं, चुप कर, कोई सानू समझ आ रही है। डायलॉग चल रहे ने, कोई डायलॉग निकल गया तो स्टोरी का पता नहीं लगना। इस करके सावधानी दे नाल बड़ा इंटरस्ट रख के असी थिएटर दे विच, सिनेमे दे विच मूवी नूं वेखदे हाँ ते बड़े खुश होने हाँ। पर जिहड़ा सच दा घर है, सच दा दरबार है, जिसनूं गुरु नानक दा घर कहा जाता है, जदों उत्थे सिफत सलाह जां जिथे भी गुरु दी सिफत हुंदी होवे, चाहे गुरु घर है जां गुरु घर तो बाहर भी है, उत्थे बहुत ही दिलचस्पी दे नाल, बहुत ही ध्यान दे नाल, बड़ी ही एकाग्रता दे नाल, तवज्जो दे नाल विचार श्रवण करनी चाहिए है। क्योंकि एक गुरु दा हुक्म होया करदा है। जो तुसी विचार श्रवण करते हो, मत समझना भी गुरुद्वारा सिंह सभा नगर वड्डी मियाणी जिला हुशियारपुर तो भाई गुरविंदर सिंह सानू सुना रहे ने, नहीं, मैं आप सुन रहे हैं महाराज जी तो। महाराज जी का शब्द है, मेरे अंदर भी मन है तो तुहाडे अंदर भी, वक्ते दे अंदर भी मन है, श्रोते दे अंदर भी मन है। सारी बाणी संबोधन मन नूं है। जिन्नी भी बाणी है ना, ये संबोधन जिहड़ी है ये साडे मन नूं है। सो मैनू भी महाराज जी हुक्म कर रहे ने, श्रवण करवा रहे ने, ते तुहानू भी। इस करके सानू बहुत ही ध्यान दे नाल, जिवें असीं कहीदा ना भी अपने बच्चिआं नूं भी पुੱਤ ध्यान नाल गल सुन मेरी, पुੱਤ काम आएगी तेरी, ठीक है, ध्यान दे नाल गल सुनी दी हुंदी है। बस इस तरह गुरु महाराज जी भी कहते बई सावधान एकाग्र चीत, प्रभ की उस्तत करो संत मीत। बई बड़े ध्यान दे नाल, जिवें नोट ध्यान दे नाल, करंसी ध्यान दे नाल, होर काम ध्यान दे नाल, गड्डी ध्यान दे नाल, ड्राइविंग ध्यान दे नाल। इसे तरह जदों गुरु दे बड़े प्यारे महंगे शब्द की विचार होंदी होवे, फिर ध्यान गुरु वल हो जाना चाहिए। फिर होर पासियों छड़ दिओ, जिन्ना चिर टिक गए टिक जाना चाहिए। सो शब्द की पंक्ति की आरंभता 258 अंग ते ये शब्द है, जो लड़ीवार शब्द तुसी श्रवण करते हो। आरंभ होया बिनो सुनो तुम पार ब्रह्म, दीन दयाल गोपाल सुख संपे, बहु भोग रस नानक साधरवाल। हे मेरे पार ब्रह्म पिता परमात्मा, मैं बेनती कर रहा तुहाडे अगे, दयालु दीन दयालु गोपाल, मेरी बेनती सुन, मेरी बेनती सुन, दीन दयाल सुन बेनती, मेरी बेनती सुन। मैं बेनती करन दे लई आया हाँ, तुदी आगे अरदास हमारी, जियो पिंड सब तेरा कहो नानक, सब तेरी वडियाई कोई नाव ना जाने मेरा, मैं बेनती करन आया हाँ।
मैं तेनू सलाह देने लई नहीं आया, मैं इत्थे सलाह देने दे लई नहीं आया, मैं तेरी मन्नण दे लई आया हाँ। ध्यान देना, गुरु की बख्शिश जिसने प्राप्त करनी है वो लैण की इच्छा रखता है। किसी गुरमुख नूं तुसीं मिलो, किसी चढ़दी कला वाले नूं मिलो, वो बोलेगा घट ते हमेशा दूसरे की गल सुनेगा, अपनी नहीं करेगा। सियाणा वो हमेशा चुप करके रहिंदा है, दूसरे की गल सुनदा है, उहदे विच वजन होवे ते उसनूं ग्रहण कर लैंदा है। जे चंगी ना होवे, गुरमत दे अनुसार ना होवे ते वो दूजी गल करदा ही नहीं। वो कहंदा भी नहीं, सांझ करी जाए गुणे केरी, छोड़ अवगन चलीए। वो चंगी गल नूं अडॉप्ट कर लैंदा है, मन लैंदा है, अपना लैंदा है। ते जे कोई चीज़ नहीं उहनूं चंगी लगदी, सैटिस्फाई नहीं होंदा, तो उस चीज़ नूं छड्ड दिंदा है। फलों की टोकरी दे विचों, सब्जी की टोकरी दे विचों चुन चुन के जिहड़े सानूं चंगे लगदे ने वो लै लैंदे आ, बाकी छड्ड दिंदे आ। ध्यान देना, जदों असीं कोई भी चीज़ खरीदते हैं, सब्जी भाजी फ्रूट खरीदते हैं, दाने कल्ले कल्ले चकते हैं ना, सजा खब्बे उहदा देख के हिस्सा, जिहड़े चंगे हुंदे आ वो टोकरी च पा के कंडे ते तोल लैंदे आ, जिहड़े चंगे नहीं लगदे वो पिछे रह जांदे ने, ते वो दुकानदार शाम नूं अद्धे भाਅ ते भी कढ दिंदे, विक भी जांदे ने। पर असीं चंगी चंगी चीज़ लै लैंदे हां। दुनिया दे विच एक परमात्मा है जिहड़ा पूरा है। फिलहाल असी भी पूरे हो सकते हैं, पर अजे तक नहीं कह सकते, क्योंकि अजो सुनाओ समुद्र में क्या जानो क्या होए। साडा जीवन रूपी बेड़ा अजे सागर के अध विचकार है, दरिया के अज विचकार है। असी दावा नहीं कर सकते कि दूजा बन्ना हासिल कर सकते हाँ। इस करके असी कह सकते हाँ भी असी अजे पूरे नहीं होए। पूरा साडा सतगुर ही है। गुरपुरा जिन सिमरिया सही भय निहाल, नानक नाम आराधना कारज आवे रास। दुनिया दे विच एक पूरा ते केवल परमात्मा। जे किसी ने कभी गलती नहीं की, वो केवल परमात्मा, ओनली गॉड इज प्रॉपरली परफेक्ट इन ऑल द वर्ल्ड। बाणी दा फरमान है, भुलने अंदर सब को भुल गुरु करतार। हमेशा दुनिया दे विच गलती एक ही नहीं करता, बाकी सारे करते ने। वो कौन है? वो परम पिता परमात्मा। उसने कभी भी गलती करनी भी नहीं, कीती भी नहीं। सो जो मनुखी जामे दे विच आया, जो जड़ चेतन दे विच है, जो सरगम निर्गम स्वरूप दे विच है, जो जीव निर्जीव दे रूप दे विच है, वो गलती कर जाएगा। उस दे विच दोष पैदा हो जाएगा। प्रकृति दे विच दोष पैदा हो जाते ने, हवा दे विच दोष पैदा हो जाते ने, पानी दे विच, अग्नि दे विच दोष पैदा हो जाते ने। ये तत्त ते साडे अंदर ने। हवा, पानी, अग, धरती, आकाश, ये जिहड़े बाहरले तत्त, इन्हां तत्तां दे मिलाप नाल ते असीं बने आ। जे ये दोषी हो सकते ने, पानी गंदला हो सकता है, पानी मैला, माटी गोरी, जे ये चीज़ां हो सकदियां हन, ते असीं भी दोषी हो सकते हाँ। पर एक पूर्ण पिता परमात्मा साडा परफेक्ट है। सो आओ शब्द ही विचार चली है। मैं बेनती करदा, बिनो सुनो तुम पार ब्रह्म दीन दयाल गोपाल, सुख संपे भोग रस नानक साधरवाल। महाराज जी कहते जिन्ने तेरे को सुख हन, जिन्ने तेरे को साधन हन, ध्यान देना, जिन्ने तेरे को दुनिया दे भोगण दे रंग हन, महाराज जी कहते जिहड़ा सच्चे पातशाह जां कोई रब दा प्यारा साधु है, गुरमुख जाने, ओदे चरनां दी धूड़ दे बराबर भी नहीं। महाराज जी सुख संपे बहु भोग रस नानक साध रवाल। रवाल का मतलब होंदा भी धूड़ी। तेरे कोल जो भी दुनिया दे रस पदार्थ जां जो कुछ भी कह ली, जो कुछ तेरे कोल है, जो सच दे नाल अभेद है, वो गुरु भी कह सकते हाँ, तो गुरु का प्यारा भी कह सकते हाँ। जिसनों कहते ने हर का सेवक सो हर जिहा, हर जन ऐसा चाहिए जैसा हरी होए। जे कोई सज्जन संत ऐदा दा रब दा प्यारा रब वर्गा है, ते तेरे कोल जमा पूंजी, तेरे कोल सब किश ओदे चरनां दी धूड़ी दे बराबर भी नहीं है।
ਤੁਸੀਂ ਪਿੱਛੇ ਵੀ ਇੱਕ ਪ੍ਰਮਾਣ ਸਰਵਣ ਕੀਤਾ ਸੀ, ਰਾਜੇ ਨੂੰ ਕੋਈ ਫਕੀਰ ਕਹਿੰਦਾ, ਰਾਜਾ ਤੇਰਾ ਰਾਜ ਕਿਸੇ ਕੰਮ ਦਾ ਨਹੀਂ, ਰਾਜਾ ਤੇਰੀ ਤਾਕਤ ਕਿਸੇ ਕੰਮ ਦੀ ਨਹੀਂ, ਰਾਜਾ ਤੇਰਾ ਧਨ ਪਦਾਰਥ ਕੋਈ ਸਦੀਵੀ ਨਹੀਂ, ਸਦੀਵੀ ਤੇਰੇ ਕੰਮ ਆਉਣ ਵਾਲਾ ਨਹੀਂ, ਇਹਦੇ ਨਾਲ ਤੂੰ ਸਦੀਵੀ ਖੁਸ਼ ਨਹੀਂ ਹੋ ਸਕਦਾ, ਤੂੰ ਇਹਦੇ ਨਾਲ ਕਦੀ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ, ਇਹਦੀ ਕੋਈ ਕੀਮਤ ਨਹੀਂ ਤੇਰੇ ਰਾਜ ਰੂਜ ਦੀ। ਉਹ ਕਹਿੰਦਾ, ਨਹੀਂ ਭਾਈ ਮੈਂ ਨਹੀਂ ਮੰਨਦਾ, ਮੈਂ ਇੱਕ ਹੁਕਮ ਦੇ ਦਿਆਂ ਨਾ ਤੇ ਜੋ ਚਾਹਾਂ ਦੂਸਰੇ ਰਾਜ ਤੇ ਹਮਲਾ ਕਰਵਾ ਸਕਦਾ, ਜਿਹਨੂੰ ਚਾਹੇ ਅੰਦਰ ਬੰਦ ਕਰਵਾ ਸਕਦਾ, ਜਿਹਨੂੰ ਚਾਹੇ ਬਾਹਰ ਕਢਵਾ ਸਕਦਾ, ਮੇਰੀ ਤੇ ਤਾਕਤ ਬੜੀ ਤਕੜੀ ਹੈ। ਕਹਿੰਦੇ ਅੱਛਾ, ਸਮਾਂ ਦੱਸ ਦਿੰਦਾ ਬਈ ਸਮਾਂ ਬੜਾ ਬਲਵਾਨ ਹੈ, ਕੋਈ ਤਾਕਤ ਤੂਕਤ ਨਹੀਂ ਤੇਰੀ, ਕੋਈ ਤਾਕਤ ਨਹੀਂ, ਲੱਗ ਜੂ ਪਤਾ। ਸੋ ਖੈਰ ਸਮਾਂ ਬਤੀਤ ਹੁੰਦਾ ਗਿਆ, ਲੰਘ ਗਿਆ। ਉਹ ਰਾਜਾ ਜਿਹੜਾ ਹੈ ਸ਼ਿਕਾਰ ਖੇਡਦਾ ਹੋਇਆ ਜੰਗਲ ਦੇ ਵਿੱਚ ਚਲਾ ਗਿਆ, ਜੰਗਲ ਦੇ ਵਿੱਚੋਂ ਭਟਕ ਗਿਆ, ਬਹੁਤ ਘਣਾ ਜੰਗਲ। ਤੁਸੀਂ ਕਿਸੇ ਦੇਖਣਾ ਕਿਤੇ ਬਾਹਰਲੇ ਸਟੇਟਾਂ ਦੇ ਵਿੱਚ ਜਾਂ ਫੋਰਨ ਕੰਟਰੀਜ਼ ਦੇ ਵਿੱਚ, ਉੱਥੇ ਜੰਗਲ ਜਿਹੜੇ ਨੇ ਸੈਂਕੜੇ ਤੇ ਹਜ਼ਾਰਾਂ ਕਿਲੋਮੀਟਰਾਂ 'ਚ ਹੁੰਦੇ ਨੇ ਤੇ ਉੱਥੇ ਕੋਈ ਵੀ ਆਬਾਦੀ ਨਹੀਂ ਦਿਸਦੀ। ਬੰਦਾ ਜੇ ਗੁਆਚ ਜਾਵੇ ਤੇ ਹੱਫ ਜਾਂਦਾ, ਰਸਤਾ ਹੀ ਨਹੀਂ ਮਿਲਦਾ। ਜਾਂ ਕਈ ਬੱਚੇ ਬਾਹਰਲੇ ਦੇਸ਼ਾਂ ਨੂੰ ਜਾਂਦੇ ਨੇ ਡੌਂਕੀ ਰਾਹੀਂ, ਉਹ ਜੰਗਲਾਂ ਦੇ ਵਿੱਚੋਂ ਜਾਂਦੇ ਨੇ, ਦੇਖ ਪੁੱਛ ਲੈਣਾ ਵੀ ਜੰਗਲ ਕੈਸੇ ਹੁੰਦੇ, ਜੰਗਲ ਕੈਸੇ ਹੁੰਦੇ ਨੇ। ਉਹ ਰਾਜਾ ਜੰਗਲ ਦੇ ਵਿੱਚ ਭਟਕ ਗਿਆ, ਉਹਨੂੰ ਰਾਹ ਨਾ ਮਿਲੇ, ਉਹਦਾ ਘੁੰਮਦੇ ਘੁੰਮਦੇ ਦਾ ਇੰਨੀ ਉਹਨੂੰ ਥਕਾਵਟ ਹੋ ਗਈ, ਉਹਦਾ ਮੂੰਹ ਸੁੱਕਣ ਲੱਗ ਪਿਆ, ਜੀਭ ਉਹਦੀ ਸੁੱਕ ਗਈ, ਬੁੱਲ ਜਿਹੜੇ ਨੇ ਬਿਲਕੁਲ ਸੁੱਕ ਗਏ, ਉਹਨੂੰ ਪਿਆਸ ਲੱਗੀ, ਉਹਨੂੰ ਪਾਣੀ ਨਾ ਮਿਲੇ, ਉਹਦੀ ਜਾਨ ਨਿਕਲਣ ਲੱਗੀ ਵੀ ਮੈਨੂੰ ਪਾਣੀ ਮਿਲ ਜੇ, ਜੇ ਨਾ ਹੁਣ ਮਿਲਿਆ ਮੈਨੂੰ ਪਾਣੀ ਤੇ ਮੈਂ ਮਰ ਜਾਵਾਂਗਾ। ਉਸ ਨੂੰ ਜੰਗਲ ਦੇ ਵਿੱਚ ਐਜ਼ ਏ ਲੌਜਿਕ ਉਸ ਨੂੰ ਕਿਸੇ ਇੱਕ ਫਕੀਰ ਦੀ ਝੁੱਗੀ ਦਿਸੀ, ਕੁਟੀਆ ਕਹਿ ਲਓ, ਝੁੱਗੀ ਕਹਿ ਲਓ, ਛਪਰੀ ਕਹਿ ਲਓ। ਉਸ ਛਪਰੀ ਦੇ ਕੋਲ ਚਲਾ ਗਿਆ, ਉਹਨੂੰ ਲੱਗਿਆ ਵੀ ਇੱਥੇ ਕੋਈ ਰਹਿੰਦਾ ਹੈ। ਜਦੋਂ ਦੇਖਿਆ ਤੇ ਉਸ ਨੂੰ ਕੋਈ ਮਹਾਤਮਾ ਸਾਧੂ ਰੂਪ ਕੋਈ ਦਿਸਿਆ। ਉਸ ਨੂੰ ਕਹਿੰਦਾ ਵੀ ਫਕੀਰ ਜੀ ਮੈਨੂੰ ਪਿਆਸ ਬਹੁਤ ਲੱਗੀ ਹੈ, ਜੇ ਮੈਨੂੰ ਜਲ ਨਾ ਮਿਲਿਆ ਤੇ ਹੋ ਸਕਦਾ ਮੇਰੀ ਮੌਤ ਹੋ ਜਾਏ। ਉਹ ਫਕੀਰ ਕਹਿੰਦਾ ਵੀ ਰਾਜਾ ਤੂੰ ਮੈਨੂੰ ਪਹਿਚਾਣਿਆ? ਕਹਿੰਦਾ ਨਹੀਂ। ਕਹਿੰਦਾ ਮੈਂ ਉਹੀ ਫਕੀਰ ਹਾਂ ਜਿਸ ਨੇ ਤੈਨੂੰ ਕਿਹਾ ਸੀ ਤੇਰੇ ਸੁੱਖ, ਤੇਰਾ ਰਾਜ, ਤੇਰੀ ਤਾਕਤ, ਤੇਰਾ ਦਿਮਾਗ, ਤੇਰੀ ਪਾਵਰ ਇਹ ਕਿਸੇ ਕੰਮ ਦੀ ਨਹੀਂ, ਇਹ ਨਾਸ਼ ਹੋਣ ਵਾਲੀ ਹੈ, ਇਹ ਤੈਨੂੰ ਸਦੀਵੀ ਸੁੱਖ ਤੇ ਆਨੰਦ ਮੁਕਤੀ ਨਹੀਂ ਦੇ ਸਕਦੀ। ਤੂੰ ਕਹਿੰਦਾ ਸੀ ਨਹੀਂ, ਅੱਜ ਤੂੰ ਇੱਥੇ ਮੇਰੇ ਕੋਲ ਆ ਸਾਹਮਣੇ, ਇੱਕ ਮੈਂ ਵੀ ਤੈਨੂੰ ਸਵਾਲ ਕਰਦਾ, ਤੂੰ ਮਰ ਰਿਹਾ, ਮੈਂ ਤੈਨੂੰ ਪਾਣੀ ਦਾ ਗਲਾਸ ਪਿਆ ਦਿੰਦਾ, ਤੇਰੀ ਜਾਨ ਬਚ ਜਾਏਗੀ। ਤੂੰ ਇੱਕ ਮੈਨੂੰ ਗੱਲ ਦੱਸ ਵੀ ਪਾਣੀ ਦੇ ਗਲਾਸ ਬਦਲੇ ਤੂੰ ਮੈਨੂੰ ਕੀ ਦੇ ਸਕਦਾ? ਉਹ ਕਹਿੰਦਾ ਵੀ ਮੇਰਾ ਜੇ ਜੀਵਨ ਨਾ ਰਿਹਾ ਮੈਂ ਕੀ ਕਰਨਾ, ਮੈਂ ਤੈਨੂੰ ਅੱਧਾ ਰਾਜ ਦੇ ਸਕਦਾ, ਅੱਧਾ ਰਾਜ ਪਾਣੀ ਪਿਲਾ ਦੇ, ਕਿਉਂਕਿ ਜੇ ਮੈਂ ਮਾਰੀ ਗਿਆ ਤਾਂ ਮੈਂ ਰਾਜ ਕੀ ਕਰਨਾ। ਕਹਿੰਦੇ ਜੇ ਮੈਂ ਫਿਰ ਵੀ ਨਾ ਦੇਵਾਂ, ਮੈਂ ਫਿਰ ਵੀ ਤੈਨੂੰ ਪਾਣੀ ਦਾ ਗਲਾਸ ਨਾ ਦੇਵਾਂ, ਜੇ ਮੈਂ ਇਹ ਸ਼ਰਤ ਰੱਖਦਾ ਮੈਂ ਇਹਨੂੰ ਪੂਰਾ ਹੀ ਰਾਜ ਦੇ ਦੇ। ਕਹਿੰਦਾ ਮੈਂ ਤੈਨੂੰ ਪੂਰਾ ਰਾਜ ਵੀ ਦੇ ਸਕਦਾ, ਜੇ ਮੇਰੀ ਜਾਨ ਹੀ ਨਾ ਰਹੀ ਤੇ ਮੈਂ ਰਾਜ ਨੂੰ ਕੀ ਕਰਨਾ। ਕਹਿੰਦੇ ਰਾਜਾ ਹੁਣ ਸਮਝ ਆਈ, ਤੇਰੇ ਰਾਜ ਦੀ ਕੀਮਤ, ਤੇਰੀ ਤਾਕਤ ਦੀ ਕੀਮਤ, ਤੇਰੇ ਦਿਮਾਗ ਦੀ ਕੀਮਤ, ਤੇਰੀਆਂ ਸਾਰੀਆਂ ਚੀਜ਼ਾਂ ਦੀ ਕੀਮਤ ਇੱਕ ਪਾਣੀ ਦਾ ਗਲਾਸ ਹੈ। ਕਿਹਦਾ ਮਾਣ ਕਰਦਾ ਉਹ ਤੂੰ? ਦਿਮਾਗ ਦਾ, ਆਪਣੀ ਚਤੁਰਾਈ ਦਾ, ਆਪਣੀ ਤਾਕਤ ਦਾ, ਆਪਣੀ ਤਾਕਤ ਦਾ। ਜਦੋਂ ਹਸਪੀਟਲ ਦੇ ਵਿੱਚ ਡਾਕਟਰ ਇਹ ਡਿਕਲੇਅਰ ਕਰ ਦਿੰਦੇ ਨੇ ਵੀ ਲੈ ਜਾਓ ਮਰੀਜ਼ ਨੂੰ, ਅਰਬਾਂ ਦਾ ਮਾਲਕ, ਉੱਥੇ ਉਹਦੀ ਅਰਬਾਂ ਦੀ ਪੂੰਜੀ ਕੰਮ ਨਹੀਂ ਆਉਂਦੀ। ਜੇ ਉਹ ਕਵੇ ਵੀ ਮੇਰੇ ਕੋਲ ਸਾਰੀ ਪੂੰਜੀ ਲੈ ਕੇ ਮੈਨੂੰ ਸਵਾਸ ਦੇ ਦਿਓ, ਡਾਕਟਰ ਸਾਹਿਬ ਕਹਿੰਦੇ ਨੇ ਨਹੀਂ ਜੀ, ਹੈ ਹੀ ਨਹੀਂ, ਕੁਛ ਹੈ ਹੀ ਨਹੀਂ ਇਹਦੇ ਪੱਲੇ, ਅਸੀਂ ਕੀ ਦਈਏ, ਇਹਦੇ ਡੈਡ ਹੋ ਚੁੱਕਾ। ਇਹਦਾ ਮਤਲਬ ਸਮਾਂ ਬਲਵਾਨ ਹੈ, ਤੂੰ ਬਲਵਾਨ ਨਹੀਂ।
ਸਮਾਂ ਤਾਕਤਵਰ ਹੈ, ਤੂੰ ਤਾਕਤਵਰ ਨਹੀਂ। ਸਮੇਂ ਦੇ ਸਭ ਕੁਝ ਅਧੀਨ ਹੈ, ਇਸ ਕਰਕੇ ਤੂੰ ਸਮੇਂ ਨੂੰ ਦੇਖ। ਗੁਰੂ ਮਹਾਰਾਜ ਜੀ ਕਹਿੰਦੇ ਸੁਖ ਸੰਪੇ ਬੋ ਭੋਗ ਰਸ ਨਾਨਕ ਸਾਧਰਵਾਲ। ਤੇਰੇ ਕੋਲ ਜੋ ਕੁਝ ਵੀ ਹੈ, ਮਹਾਰਾਜ ਜੀ ਕਹਿੰਦੇ ਗੁਰੂ ਦੇ ਸਾਧੂ ਦੇ ਚਰਨਾਂ ਦੀ ਧੂੜ ਦੇ ਬਰਾਬਰ ਹੈ। ਪੌੜੀ ਬੱਬਾ ਬ੍ਰਹਮ ਜਾਨਤ ਤੇ ਬ੍ਰਹਮ। ਅਸਲ ਦੇ ਵਿੱਚ ਬ੍ਰਾਹਮਣ ਉਹ ਹੈ, ਬ੍ਰਹਮ ਬਿੰਦੇ ਤਿਸਦਾ ਬ੍ਰਹਮਤ ਰਹੇ। ਇੱਕ ਸ਼ਬਦ ਲਿਵ ਲਾਏ, ਜੋ ਸ਼ਬਦ ਦੇ ਨਾਲ ਜੁੜਦਾ ਹੈ, ਅਸਲ ਦੇ ਵਿੱਚ ਬ੍ਰਾਹਮਣ ਉਹ ਹੈ। ਮਤਲਬ ਬ੍ਰਾਹਮਣ ਦਾ ਮਤਲਬ ਇੱਥੇ ਕਿਸੇ ਜਾਤ ਵਾਲੇ ਨੂੰ ਨਹੀਂ ਕਿਹਾ, ਕਿਸੇ ਵਰਨ ਵਾਲੇ ਨੂੰ ਨਹੀਂ ਕਿਹਾ, ਇੱਥੇ ਗਿਆਨੀ ਦੀ ਗੱਲ ਕੀਤੀ ਹੈ। ਸੋ ਪੰਡਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੁਧ ਹੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਤ ਕੈ ਉਪਦੇਸ਼ ਜਗ ਜੀਵੈ। ਬੱਬਾ ਬ੍ਰਹਮ ਜਾਣਤੇ ਬ੍ਰਹਮਾ। ਬ੍ਰਹਮ ਦਾ ਮਤਲਬ ਇਸ ਤਰ੍ਹਾਂ ਵੀ ਅਸੀਂ ਕਹਿ ਦਿੰਦੇ ਹਾਂ ਬ੍ਰਹਮ ਗਿਆਨ, ਮਤਲਬ ਪ੍ਰਮਾਤਮਾ ਦਾ ਗਿਆਨ, ਮਤਲਬ ਸੱਚ ਦਾ ਗਿਆਨ, ਮਤਲਬ ਸ੍ਰਿਸ਼ਟੀ ਦਾ ਗਿਆਨ, ਮਤਲਬ ਬ੍ਰਹਿਮੰਡ ਦਾ ਗਿਆਨ। ਬੱਬਾ ਬ੍ਰਹਮ ਜਾਣਤੇ ਬ੍ਰਹਮਾ। ਮਹਾਰਾਜ ਜੀ ਕਹਿੰਦੇ ਅਸਲ ਦੇ ਵਿੱਚ ਗਿਆਨੀ ਬ੍ਰਾਹਮਣ ਉਹ ਹਨ ਜੋ ਬ੍ਰਹਮ ਦੀ ਪਹਿਚਾਨ ਕਰ ਲੈਂਦੇ ਨੇ, ਜਿਨ੍ਹਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੈ। ਜਿਨ੍ਹਾਂ ਨੂੰ ਇਹ ਚੀਜ਼ ਹਾਸਲ ਹੋ ਜਾਂਦੀ ਹੈ ਵੀ ਉਹ ਪ੍ਰਮਾਤਮਾ ਜਿਸ ਨੂੰ ਮੈਂ ਬਾਹਰ ਸੁਣਿਆ ਸੀ ਉਹ ਮੇਰੇ ਅੰਦਰ ਵੀ ਹੈ, ਮੈਂ ਪ੍ਰਗਟ ਕਰ ਸਕਦਾ, ਮੈਂ ਉਸ ਦੇ ਨਾਲ ਗੱਲ ਕਰ ਸਕਦਾ, ਮੈਂ ਉਸ ਦੀ ਸੁਣ ਸਕਦਾ, ਮੈਂ ਉਸ ਨੂੰ ਸੁਣਾ ਸਕਦਾ। ਜਿਸ ਨੂੰ ਇਸ ਤਰ੍ਹਾਂ ਦਾ ਗਿਆਨ ਅਹਿਸਾਸ ਪੈਦਾ ਹੋ ਜਾਏ, ਮਹਾਰਾਜ ਜੀ ਕਹਿੰਦੇ ਅਸਲ ਦੇ ਵਿੱਚ ਉਹ ਗਿਆਨੀ ਹੈ, ਉਹ ਬ੍ਰਾਹਮਣ ਹੈ, ਉਹ ਅਸਲ ਦੇ ਵਿੱਚ ਪੰਡਤ ਹੈ। ਸੋ ਪੰਡਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੁਧ ਹੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਤ ਕੈ ਉਪਦੇਸ਼ ਜਗ ਜੀਵੈ। ਮਤਲਬ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ, ਉਹ ਅਸਲ ਦੇ ਵਿੱਚ ਗਿਆਨੀ ਜਾਂ ਬ੍ਰਾਹਮਣ ਹੈ। ਵੈਸ਼ਨੋ ਤੇ ਗੁਰਮੁਖ ਸੁਚ ਧਰਮਾ। ਮਹਾਰਾਜ ਜੀ ਨੇ ਇਸ ਪੰਕਤੀ ਦੇ ਵਿੱਚ ਬੜਾ ਵੱਡਾ ਗਿਆਨ ਦਿੱਤਾ। ਵੈਸ਼ਨੋ ਸੋ ਜਿਸ ਉੱਪਰ ਸੋ ਪ੍ਰਸੰਨ। ਵੈਸ਼ਨੋ ਲਫ਼ਜ਼ ਆਇਆ, ਥੋੜੀ ਜਿਹੀ ਵਿਚਾਰ ਕਰਦੇ ਹਾਂ। ਵੈਸ਼ਨੋ ਅਸੀਂ ਉਹਨੂੰ ਕਹਿੰਦੇ ਹਾਂ ਜਿਹੜਾ ਮੀਟ ਸ਼ਰਾਬ ਨਹੀਂ ਖਾਂਦਾ। ਸਾਡੇ ਮੁਤਾਬਕ ਉਹ ਹੈ, ਪਰ ਬਾਣੀ ਮੁਤਾਬਕ ਇੰਜ ਨਹੀਂ ਹੈ। ਬਾਣੀ ਮੁਤਾਬਕ ਇੰਜ ਨਹੀਂ ਹੈ ਵੀ ਜਿਹੜਾ ਇਕੱਲਾ ਮੀਟ ਸ਼ਰਾਬ ਨਹੀਂ ਖਾਂਦਾ ਉਹ ਵੈਸ਼ਨੋ ਨਹੀਂ ਹੈ, ਬਾਕੀ ਸਾਰੇ ਵੈਸ਼ਨੋ ਹੈ। ਜੋ ਝੂਠ ਖਾਂਦਾ ਹੈ, ਜੋ ਨਿੰਦਿਆ ਖਾਂਦਾ ਹੈ, ਜੋ ਚੁਗਲੀ ਖਾਂਦਾ, ਇਹ ਕੀ ਹੈ? ਇਹ ਵੀ ਤੇ ਗੰਦ ਹੀ ਹੈ, ਇਹ ਵੀ ਤੇ ਮਾੜੀ ਚੀਜ਼ ਹੀ ਹੈ। ਔਰ ਜੋ ਕਿਸੇ ਦਾ ਹੱਕ ਖਾਂਦਾ ਹੈ ਜਾਂ ਕੋਈ ਵੀ ਚੀਜ਼ ਜਿਹੜੀ ਗੁਰਮਤਿ ਦੇ ਅਨੁਸਾਰ ਨਹੀਂ ਹੈ, ਮਨ ਨੂੰ ਰੋਗੀ ਕਰਦੀ ਹੈ, ਜਾਂ ਜਿਹੜਾ ਬਹੁਤ ਜ਼ਿਆਦਾ ਵਿਕਾਰੀ ਵਾਸ਼ਨਾ ਦਾ ਸ਼ਿਕਾਰੀ, ਉਹ ਵੀ ਮਹਾਰਾਜ ਜੀ ਕਹਿੰਦੇ ਵੈਸ਼ਨੋ ਨਹੀਂ ਹੈ। ਵੈਸ਼ਨੋ ਸੋ ਜਿਸ ਉੱਪਰ ਸੋ ਪ੍ਰਸੰਨ, ਜਿਸ ਦੇ ਉੱਪਰ ਪਰਮਾਤਮਾ ਦੀ ਕਿਰਪਾ ਹੋਵੇ। ਇੱਥੇ ਹੁਣ ਇਹ ਨਾ ਸਮਝ ਲੈਣਾ ਵੀ ਸ਼ਾਇਦ ਭਾਈ ਸਾਹਿਬ ਕਿਤੇ ਇੰਝ ਤਾਂ ਨਹੀਂ ਕਹਿੰਦੇ ਵੀ ਜਿਹੜਾ ਖਾਣ ਪੀਣ ਵਾਲਾ ਬੰਦਾ ਉਸ ਨੂੰ ਖਾ ਪੀ ਲੈਣਾ ਚਾਹੀਦਾ ਹੈ, ਕਿਉਂਕਿ ਵੈਸ਼ਨੋ ਤੇ ਉਹ ਵੀ ਨਹੀਂ ਹੈ ਜਿਹੜਾ ਦੂਸਰੇ ਕਰਮ ਕਰਦਾ। ਨਹੀਂ ਬਈ, ਮਾੜੀ ਚੀਜ਼ ਕੋਈ ਵੀ ਹੈ ਜਿਹੜੀ ਤਨ ਤੇ ਮਨ ਨੂੰ ਰੋਗੀ ਕਰਦੀ ਹੈ, ਵਿਕਾਰੀ ਬਣਾਉਂਦੀ ਹੈ, ਉਹ ਕੋਈ ਵੀ ਚੀਜ਼ ਜਿਹੜੀ ਹੈ ਉਹ ਸਾਨੂੰ ਨਹੀਂ ਲੈਣੀ ਚਾਹੀਦੀ, ਉਹ ਵਰਜਿਤ ਹੈ। ਚਾਹੇ ਉਹ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਹੋਵੇ, ਚਾਹੇ ਉਹ ਭੋਗਣ ਵਾਲੀਆਂ ਚੀਜ਼ਾਂ ਵਿੱਚ ਹੋਵੇ, ਚਾਹੇ ਉਹ ਸਪਰਸ਼ ਵਿੱਚ ਹੋਵੇ, ਟੱਚ ਵਿੱਚ ਹੋਵੇ, ਚਾਹੇ ਉਹ ਦੇਖਣ ਵਿੱਚ ਹੋਵੇ। ਉਹ ਚੀਜ਼ ਜੋ ਮਨ ਨੂੰ ਖਰਾਬ ਕਰੇ, ਮਨ ਨੂੰ ਪ੍ਰਭਾਵਿਤ ਕਰੇ, ਗਲਤ ਪਾਸੇ ਲਾਵੇ, ਗੁਰੂ ਤੋਂ ਤੋੜੇ, ਉਹ ਜਿਹੜੀ ਮਾਇਆ ਹੈ ਉਹ ਬੰਦੇ ਨੂੰ ਵੈਸ਼ਨੋ ਨਹੀਂ ਰਹਿਣ ਦਿੰਦੀ। ਵੈਸ਼ਨੋ ਤੇ ਗੁਰਮੁਖ ਸੁਚ ਧਰਮਾ। ਮਹਾਰਾਜ ਜੀ ਕਹਿੰਦੇ ਵੈਸ਼ਨੋ ਅਸਲ ਦੇ ਵਿੱਚ ਉਹ ਹਨ ਜੋ ਗੁਰੂ ਦੇ ਹੁਕਮ ਨੂੰ ਪਛਾਣਦੇ ਹਨ, ਜੋ ਆਪਣੀ ਆਤਮਾ ਨੂੰ ਪਵਿੱਤਰ ਰੱਖਦੇ ਹਨ, ਜੋ ਸੱਚ ਨੂੰ ਸੁਣ ਕੇ ਨਾ
सच नूं सुन के अपने आप की पहचान करते हैं, ईमानदारी दे नाल, नेक नीति दे नाल, चंगे सुभाव दे नाल, चंगी बोलबाणी दे नाल अपनी जिंदगी बतीत करते हैं, गुरु दे डर भै दे नाल। असल दे विच वो वैष्णो ने, सारे नहीं उहदे विच आउंदे। जो गुरु दे भै दे विच रहिंदे ने, भै विच रहन वाला बंदा कोई भी गुनाह ते पाप करन तो डरदा है, इस करके वो वैष्णो। सो इस करके गुरु महाराज जी फरमान करते हैं, जो अपने फर्ज नूं पहचानते हैं, अपनी आत्मा नूं पवित्र कर लेंदे ने, असल दे विच वो वैष्णो हैं। बीरा आपन बुरा मिटावे। बीरा दा मतलब हुंदा बीर, ते बीर नूं दूजे लफ्ज़ में कहंदे हैं सूरमा। जाको हर रंग लागू इस जुग में सो कहियत है सूरा, आत्म जिन्हें सगल वस ताके, जाका सतगुर पूरा। बीरा आपन बुरा मिटावे। महाराज जी कहते जेड़ा बंदा अपने अंदरों दूजियां दे बुरा मंगण वाला सुभाव त्याग देवे, ओ बंदा सूरमा है। बीरा अपन बुरा मिटावे, जेड़ा बुरापन मिटा देवे। बुरापन की है? दूजे दी बदखोई, निंदिया, चुगली, दूजे दे नाल ईरखा, दूजे नाल नफरत, दूजे दी चढ़दी कला नूं ना सहना, ये बुरापन है। महाराज जी कहते बीरा वो सूरमा वो है, बीरा अपन। सूरमा वो जिहड़ा अपन बुरा मिटावे, जिहड़ा अपने अंदरों बुरापन मिटा दवे, वो सूरमा है भाई। मतलब भी बुरा मंगण दा सुभाव मिटा दवे। दुनिया दा भला मंगण वाले भी हन ते दुनिया दे विच बुरा मंगण वाले भी हन। ध्यान देना, दुनिया दे विच भला करन वाले लोग घट गिनती विच हन, दूजे दा बुरा करन वाले वध गिनती विच हन। दूजे नूं उचाई तो थल्ले लाउण दे लई बहु गिनती विच हन, किसे थल्ले होए नूं तां चुकण वाले बहुत घट हन। ध्यान देना, कोई गरीब नूं उतां उठाउण वाला दुनिया विच बिरला है। बाबा भीम राव अंबेडकर वर्गे इदां दे बिरले ने बराबर दे हक दिवाउण वाले। साडे गुरु साहिबाना वर्गे दुनिया विच बहुत घट ने, जिहड़ा खतरी ब्राह्मण सूद वैस सारियां नूं अपने गले नाल लाउंदा है। जे कोई चमार है तो गुरु नूं बदबू नहीं आउंदी, सानूं आउंदी है। जे कोई शिंबा है तो गुरु नूं बो नहीं आउंदी, सानूं आउंदी है। जे कोई होर किसी जुलाहा जात दे नाल, नाई जात नाल, झूर जात दे नाल संबंधित है, गुरु गोबिंद सिंह भाई साहबां नूं 50 प्यारां नूं अपनी हिक नाल लाउंदे ने। हो सकदा है सानूं समैल आउंदी होवे जात करके, सानूं बुरा लगदा होवे, ओ ये धर्म करके वो मेरे धर्म का नहीं, वो होर जात का है, होर धर्म का है। ना ना ना, गुरु महाराज जी ने कह दिता ये तो चीज़ां मिटाउणियां ने। मानस की जात की है भाई? जात सब है, एक है पहचान वो एक को तुसी। गुरु गोबिंद सिंह जी ने कहा, साडे पातशाह जी ने बाणी विच कहा, एक पिता एक सके हम बारक। जे तू सरदार है तो तू मोने नाल नफरत नहीं करनी। ध्यान देना, जे तू गोरा है तो काले नाल नफरत नहीं करनी। जे तू अमीर है गरीब नाल नफरत नहीं करनी। ठीक है, जे तू उच्चे अहुदे दा मालक है, किसे बिल्कुल आम बंदे नूं पूरा सत्कार ते इज्जत देनी, ये तेरा वड्डापन है, तेरी प्राप्ति है, तेरे ते गुरु दी मेहर है, तेरे ते गुरु दी मेहर है। ये चीज़ ही महाराज जी कहते तू अपने अंदर लिया। पर का बुरा ना राखो चीत। महाराज जी देखो कितनी प्यारी पंक्ति आई, पर का बुरा ना राखो चीत। कदी दूजे का बुरा मन विच ना लियाना। जे कोई किसी का बुरा अपने मन विच लियाएगा, ध्यान देना, ओदा बुरा उस ही सैकेंड तो होना शुरू हो जाएगा, क्योंकि वो भाव अंदरली भावना नफरत वाली हो गई। तो नफरत एक अगन है, ईरखा एक अगन है। हो सकता जिस नाल कोई नफरत ईरखा करता होवे, उन्होंने यदा ज्ञान ही ना होवे भी मेरे नाल फलाना नफरत ईरखा करता है, वो तो रिलैक्स है, वो शांत है। जिहड़ा नफरत ईरखा कर रहा, पर का बुरा कर रहा है, वो उस सैकेंड तो ही तड़फना ते जलना शुरू हो गया। आ गई हो गया ना, वह पहला बुरा अपना, किसी का बुरा सोचने वाला, वह बुरा उस समय तो वह अपना बुरा शुरू हो जाता है, उन्होंने चैन नहीं आती।
ਤੇ ਜਿਹੜਾ ਬੁਰਾ ਸੋਚਦਾ ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ, ਉਹ ਆਪਣੇ ਸ਼ਾਂਤ ਬੈਠਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਵੀਰਾ ਆਪਨ बुरा मिटावे, ਜਦੋਂ ਤੂੰ ਬੁਰਾਈ ਮਿਟਾ ਦੇਗਾ, ਬੁਰਾਪਨ ਮਿਟਾਏਗਾ, ਤਾਹੋਂ ਬੁਰਾ ਨਿਕਟ ਨਹੀਂ ਆਵੇ। ਮਹਾਰਾਜ ਜੀ ਕਹਿੰਦੇ ਫਿਰ ਜਦੋਂ ਤੂੰ ਬੁਰਾ ਨਹੀਂ ਸੋਚੇਗਾ, ਜਦੋਂ ਤੂੰ ਬੁਰਾ ਨਹੀਂ ਹੋਏਗਾ, ਤੈਨੂੰ ਬੁਰਾ ਕਿਉਂ ਕੋਈ ਕਹੇਗਾ। ਤਾਹੂ ਬੁਰਾ ਨਿਕਟ ਨਹੀਂ ਆ, ਦੂਜਾ ਵੀ ਫਿਰ ਬੁਰਾ ਬਣ ਕੇ ਤੇਰੇ ਸਾਹਮਣੇ ਨਹੀਂ ਆਏਗਾ। ਜਦੋਂ ਤੂੰ ਬੁਰਾ ਬਣੇਗਾ, ਭੈੜਾ ਬਣੇਗਾ, ਜਦੋਂ ਤੂੰ ਭੈੜਾ ਬਣੇਗਾ ਫਿਰ ਤੈਨੂੰ ਵੀ ਉਹ ਭੈੜਾ ਬਣ ਕੇ ਦਿਖਾਏਗਾ ਸਾਹਮਣੇ ਵਾਲਾ। ਜਾਂ ਇੰਝ ਕਹਿ ਲਈਏ ਸਿੱਧੀ ਗੱਲ, ਜੇ ਤੂੰ ਕਿਸੇ ਨੂੰ ਅਪਸ਼ਬਦ ਜਾਂ ਗਾਲ ਕੱਢੇਗਾ, ਅੱਗਿਓਂ ਕੋਈ ਫੁੱਲਾਂ ਦਾ ਹਾਰ ਗੁਲਦਸਤਾ ਲੈ ਕੇ ਤਾਂ ਨਹੀਂ ਖੜਾ। ਧਿਆਨ ਦੇਣਾ, ਜੈਸੇ ਕੋ ਤੈਸਾ। ਜੇ ਤੂੰ ਕਿਸੇ ਨੂੰ ਅਪਸ਼ਬਦ, ਕਿਸੇ ਨੂੰ ਇਗਨੋਰ ਕਰੇਗਾ, ਕਿਸੇ ਦੀ ਤੋਹੀਨ ਕਰੇਗਾ, ਕਿਸੇ ਦੀ ਨਰਾਦਰੀ ਕਰੇਗਾ, ਭਾਈ ਨਿਉਂਦਰਾ ਭਾਜੀਆਂ ਦੇ ਨਾਲ ਮੁੜਦਾ, ਵੱਧ ਕੇ ਪਾਉਂਦੇ ਨੇ ਅਗਲੇ। 11 ਦੇ 31 ਵੀ ਪਾ ਦਿੰਦੇ ਨੇ, 21 ਵੀ ਪਾ ਦਿੰਦੇ ਨੇ। ਇਹ ਸੋਚ ਕੇ ਚੱਲੀ। ਮਹਾਰਾਜ ਜੀ ਕਹਿੰਦੇ ਜੇ ਕੋਈ ਕਰਦਾ ਹੈ ਨਾ ਵਾਰ, ਮਹਾਰਾਜ ਜੀ ਨੇ ਜੰਗਾਂ ਲੜੀਆਂ ਨਾ, ਮਹਾਰਾਜ ਜੀ ਕਹਿੰਦੇ ਕਰੋ ਵਾਰ, ਕਰੋ ਵਾਰ। ਉਦੋਂ ਤੱਕ ਨਹੀਂ ਸੀ ਕਰਦੇ ਗੁਰੂ ਮਹਾਰਾਜ, ਪਹਿਲਾਂ ਕਹਿੰਦੇ ਸੀ ਕਰੋ ਵਾਰ। ਉਹ ਫਿਰ ਜਦੋਂ ਵਾਰ ਕਰੀ ਜਾਂਦਾ ਸੀ, ਫਿਰ ਮਹਾਰਾਜ ਜੀ ਕਹਿੰਦੇ ਬਸ ਹੁਣ ਨਹੀਂ, ਹੁਣ ਬਸ ਤੇਗ ਚੱਲੇਗੀ। ਫਿਰ ਤੇਗ ਦੇ ਨਾਲ ਸਿਰ ਲਾ ਦਿੰਦੇ ਸੀ। ਸੋ ਇਸ ਕਰਕੇ ਭੈ ਕਾਹੂ ਕੋ ਦੇਤ ਨ ਨੈ ਪੈ ਮੰਤ ਆਨ, ਨਾ ਡਰਨਾ ਨਾ ਡਰਾਉਣਾ, ਨਾ ਬੁਰਾ ਸੁਣਨਾ ਨਾ ਸੁਣਾਉਣਾ। ਇਹ ਸਾਨੂੰ ਗੁਰੂ ਦਾ ਹੁਕਮ ਹੈ। ਸੋ ਮਹਾਰਾਜ ਜੀ ਕਹਿੰਦੇ ਤਾਹੂ ਬੁਰਾ ਨਿਕਟ ਨਹੀਂ ਆਵੇ। ਜੇ ਤੂੰ ਚੰਗਾ ਰਹੇਗਾ ਤੈਨੂੰ ਚੰਗੇ ਹੀ ਮਿਲਣਗੇ। ਮੈਂ ਨਹੀਂ ਕਹਿੰਦਾ, ਬਾਣੀ ਕਹਿੰਦੀ ਸੁਖੀਏ ਕੋ ਪੇਖੇ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ। ਚੰਗੇ ਨੂੰ ਚੰਗੇ ਹੀ ਮਿਲਣਗੇ, ਬੁਰੇ ਨੂੰ ਬੁਰੇ ਹੀ ਮਿਲਣਗੇ। ਬਾਧਿਓ ਆਪਣਾ ਹਾਂ ਹਾਂ ਬੰਦਾ, ਮਹਾਰਾਜ ਜੀ ਕਹਿੰਦੇ ਆਪ ਹੀ ਫਸਿਆ ਪਿਆ। ਬਾਧਿਓ ਆਪਣੇ ਜਾਲ ਦੇ ਵਿੱਚ ਮੱਕੜੀ ਖੁਦ ਫਸੀ ਹੋਈ ਹੈ। ਆ ਮੱਕੜੀਆਂ ਖੂੰਜਿਆਂ ਵਿੱਚ ਨੁੱਕਰਾਂ ਵਿੱਚ ਲੱਗੀਆਂ ਹੁੰਦੀਆਂ ਨਾ, ਆਪਣੇ ਜਾਲ ਦੇ ਵਿੱਚ ਉਹ ਆਪ ਹੀ ਫਸ ਜਾਂਦੀਆਂ। ਅਸੀਂ ਉਹਨੂੰ ਨਾ ਮਾਰ ਦਿੰਦੇ ਹਾਂ, ਜਦੋਂ ਝਾੜਦੇ ਆ ਨਾ ਜਾਲੇ, ਉਹਨੂੰ ਮਾਰ ਦਿੰਦੇ ਆ। ਉਹ ਆਪਣੀ ਮੱਕੜੀ ਦੇ ਵਿੱਚ, ਜਾਲੇ ਦੇ ਵਿੱਚ ਮੱਕੜੀ ਆਪ ਹੀ ਫਸ ਗਈ। ਸੋ ਮਹਾਰਾਜ ਜੀ ਕਹਿੰਦੇ ਬਾਧਿਓ ਆਪਣਾ ਹਾਂ ਹਾਂ ਬੰਦਾ। ਦੂਜਿਆਂ ਦੇ ਨਾਲ ਖਹਿਣ ਵਾਲਾ ਮਨੁੱਖ, ਦੂਜਿਆਂ ਦੇ ਨਾਲ ਝਗੜਨ ਵਾਲਾ ਮਨੁੱਖ, ਬਾਧਿਓ ਆਪਣਾ ਹਾਂ ਹਾਂ ਬੰਦਾ। ਕਿਆ ਵਿਚਾਰ ਆ ਰਿਹਾ ਹੈ। ਮਹਾਰਾਜ ਜੀ ਕਹਿੰਦੇ ਵਧੀਕੀਆਂ ਕਰਨ ਵਾਲਾ ਆਪਣੇ ਆਪ ਹੀ ਜਾਲ ਵਿੱਚ ਫਸ ਜਾਂਦਾ ਹੈ। ਸਾਨੂੰ ਬਾਣੀ ਵਿੱਚ ਪਤਾ ਕੀ ਕਿਹਾ ਹੈ, ਘੱਟ ਬੋਲਣਾ, ਜ਼ਿਆਦਾ ਬੋਲਣ ਵਿੱਚ ਗਲਤੀ ਹੋ ਜਾਂਦੀ ਹੈ। ਬਹੁਤਾ ਬੋਲਣ ਦੇ ਵਿੱਚ ਗਲਤੀ ਹੋ ਸਕਦੀ ਹੈ। ਜੇ ਕੋਈ ਬਹੁਤਾ ਬੋਲੇਗਾ ਨਾ ਤਾਂ ਗਲਤੀ ਦੀ ਗੁੰਜਾਇਸ਼ ਹੀ ਨਹੀਂ, ਜਦੋਂ ਬੋਲਣਾ ਹੀ ਨਹੀਂ। ਜਦੋਂ ਕੋਈ ਬੋਲੀ ਜਾਏਗਾ ਬੋਲੀ ਜਾਏਗਾ ਬੋਲੀ ਜਾਏਗਾ, ਇੰਟਰਫੇਅਰ ਕਰੀ ਜਾਏਗਾ, ਕੋਈ ਨਾ ਕੋਈ ਗੱਲ ਚਲਾਈ ਰੱਖੇਗਾ, ਉਹਨੇ ਗਲਤ ਹੋ ਜਾਣਾ। ਸਿਆਣਾ ਬੰਦਾ ਜ਼ਿਆਦਾ ਬੋਲਦਾ ਨਹੀਂ। ਸਾਧੂ ਲੋਕ ਦੇਖ ਲੈਣਾ ਤੁਸੀਂ, ਜੇ ਦੇਖੇ ਹੋਣਗੇ, ਬਹੁਤਾ ਬੋਲਦੇ ਨਹੀਂ। ਗੁਰਮੁਖ ਲੋਕ ਬਹੁਤਾ ਬੋਲਦੇ ਨਹੀਂ, ਜਵਾਬ ਇੰਨਾ ਪਿਆਰਾ ਦਿੰਦੇ ਨੇ, ਇੱਕ ਲਫ਼ਜ਼ ਦੇ ਵਿੱਚ ਬੰਦਾ ਉੱਥੇ ਹੀ ਸੁੰਨ ਹੋ ਜਾਂਦਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਬੋਲਣਾ ਤੇ ਸੋਚ ਕੇ ਇਹ ਨਹੀਂ ਫਾਸੀ ਜਾਏ ਮੱਕੜੀ ਵਾਂਗੂ। ਆਖਰੀ ਪੰਕਤੀ ਦੋਸ਼ ਦੇਤ ਆਗੇ ਕੋ ਅੰਧਾ। ਫਿਰ ਉਹ ਅੰਨਾ ਬੰਦਾ ਦੂਜੇ ਨੂੰ ਦੋਸ਼ ਦੇਈ ਜਾਂਦਾ ਹੈ, ਫਸਦਾ ਆਪ ਹੈ। ਮਹਾਰਾਜ ਜੀ ਕਹਿੰਦੇ ਮੱਕੜੀ ਫਸਦੀ ਆਪ ਹੈ, ਦੋਸ਼ ਦੂਜੇ ਨੂੰ ਦੋਸ਼ ਦੇਤ ਆਗੇ ਕੋ ਅੰਧਾ। ਉਹ ਅੰਨਾ ਮਨੁੱਖ ਦੂਜੇ ਨੂੰ ਦੋਸ਼ ਦੇਈ ਜਾਂਦਾ। ਭਾਈ ਤੂੰ ਪਹਿਲਾਂ ਆਪ ਦੇ ਦੇਖ, ਤੂੰ ਕੀਤਾ ਕੀ ਹੈ। ਜਾਲ ਆਪ ਬੁਣਿਆ, ਫਸਿਆ ਤੂੰ ਆਪ ਦੇ, ਹੁਣ ਦੂਜੇ ਨੂੰ ਦੋਸ਼ ਦੇਈ ਜਾਂਦਾ। ਹੁਣ ਨਹੀਂ, ਹੁਣ ਤੂੰ ਕੀਤਾ ਆਹ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ। ਪਾਵਨਾ ਹੁਕਮ ਕੀਏ ਮਨ ਭਾਵਦੇ, ਰਾਹ ਭੀੜੇ ਅੱਗੇ ਜਾਵਣਾ। ਉਹ ਨੰਗਾ ਦੋਜਗ ਚੱਲਿਆ ਤਾਂ ਦਿਸੈ ਖਰਾ, ਡਰਾਵਨਾ ਕਰ ਔਗਣ ਪਛੋਤਾਵਣਾ। ਬਈ ਕਰਕੇ ਪਛਤਾਏਗਾ ਜ਼ਰੂਰ, ਜਦੋਂ ਸੋਝੀ ਆਏਗੀ। ਬਾਤ ਚੀਤ ਸਭ ਰਹੀ ਸਿਆਣਪ, ਨਿਰੀਆਂ ਗਿਆਨ ਦੀਆਂ ਗੱਲਾਂ ਤੇ ਸਿਆਣਪਾਂ ਤੇਰੀ ਪੇਸ਼ ਨਹੀਂ ਜਾਣ ਦੇਣਗੀਆਂ। ਜਿਸੇ ਜਨਾਵੋ ਸੋ ਜਾਣੇ ਨਾਨਕ, ਜਿਸ ਨੂੰ ਸੂਝ ਦਿੰਦਾ ਹੈ, ਜਿਸ ਨੂੰ ਰੱਬ ਵਿਵੇਕ ਦਿੰਦਾ ਹੈ। ਵਿਵੇਕ ਬੁੱਧੀ ਕਹਿੰਦੇ ਹਾਂ ਅਸੀਂ,
ਵਿਵੇਕ ਦਾਨ ਵੀ ਮੰਗਣਾ ਨਾ ਹੁਣ ਅਰਦਾਸ ਵਿੱਚ, ਜਿਸ ਨੂੰ ਵਿਵੇਕ ਮਹਾਰਾਜ ਜੀ ਦਿੰਦੇ ਨੇ, ਜਿਸੇ ਜਨਾਵੇ ਸੋ ਜਾਣੋ ਨਾਨਕ। ਉਹ ਆਪਣੇ ਗੁਰੂ ਨੂੰ, ਆਪਣੇ ਨਾਨਕ ਨੂੰ, ਆਪਣੇ ਵਾਹਿਗੁਰੂ ਰਾਮ ਅੱਲਾ ਭਗਵਾਨ ਈਸ਼ਵਰ ਖੁਦਾ ਪਰਮੇਸ਼ਰ ਨੂੰ ਪਹਿਚਾਣ ਲੈਂਦਾ ਤੇ ਜਾਣ ਲੈਂਦਾ। ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ। ਬਹੁਤ ਹੀ ਚੜ੍ਹਦੀ ਕਲਾ ਵਿੱਚ ਮਹਾਰਾਜ ਜੀ ਨੇ ਸੇਵਾ ਲਈ ਹੈ। ਮਹਾਰਾਜ ਜੀ ਮਿਹਰ ਕਰਨੀ, ਇਹ ਸਦਾ ਹੀ ਸਾਡੀ ਆਤਮਾ ਦਾ ਸ਼ਿੰਗਾਰ ਗਿਆਨ ਬਣੇ। ਜਦੋਂ ਤੱਕ ਸਾਡੀ ਆਤਮਾ ਹੈ, ਇਹ ਪੜ੍ਹਿਆ ਸੁਣਿਆ ਜਿਹੜਾ ਨਾ ਸਦੀਵੀ ਰਹੇ। ਐਸੀ ਮਿਹਰ ਕਰਨੀ, ਸਾਨੂੰ ਰਸਤਾ ਦਿਖਾਵੇ, ਸਾਨੂੰ ਭੁੱਲੇ ਭਟਕਿਆਂ ਨੂੰ ਸਹੀ ਰਸਤੇ ਪਾਵੇ। ਇਹ ਗਿਆਨ ਐਸੀ ਸਭ ਨੂੰ ਅਸੀਸ ਦਿਓ, ਸਭ ਦਾ ਭਲਾ ਕਰੋ ਜੀ। ਇੰਨੀ ਸੇਵਾ ਪ੍ਰਵਾਨ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।